परमात्मा दी कचहरी दे विच सब कुछ संभव है ते ओ परमात्मा कुछ भी कर सकदा है क्योंकि ओ सृष्टि दा रचनहारा है। उस दी खेड नूं समझना आम बंदे लई असंभव है। परमात्मा दे नाम नाल जुड़िया इंसान ही उस दा भेद पा सकदा है, पर बाकी दुनिया तां अज भी परमात्मा दी होंद ते शक कर रही है। अज दे समय विच जदों भी कोई अणहोनी हो जांदी है तां लोग परमात्मा दे होण ਜਾਂ ਨਾ ਹੋਣ ਦੇ ਸਵਾਲ ਉਠਾਉਣ ਲੱਗ ਜਾਂਦੇ ਹਨ। ਜਨਮ ਮਰਨ ਦੀ ਖੇਡ ਅੱਜ ਤੱਕ ਕੋਈ ਨਹੀਂ ਸਮਝ ਸਕਿਆ ਹੈ ਤੇ ਨਾ ਹੀ ਸਮਝ ਸਕਦਾ ਹੈ। ਤੁਸੀਂ ਇਹ ਤਾਂ ਕਈ ਵਾਰ ਸੁਣਿਆ ਹੋਵੇਗਾ ਕਿ ਕੋਈ ਇਨਸਾਨ ਮਰ ਕੇ ਜਿਉਂਦਾ ਹੋ ਗਿਆ। ਇਸ ਵਿੱਚ ਕੋਈ ਕਰਾਮਾਤ ਜਾਂ ਚਮਤਕਾਰ ਨਹੀਂ ਹੈ। ਇਸ ਤਰ੍ਹਾਂ ਬਹੁਤ ਵਾਰ ਹੋਇਆ ਹੈ ਤੇ ਕਈ ਲੋਕਾਂ ਨੇ ਆਪਣੀ ਅੱਖੀਂ ਵੀ ਦੇਖਿਆ ਹੈ। ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਭਾਰਤ ਅਤੇ ਭਾਰਤ ਤੋਂ ਬਾਹਰ ਕੈਨੇਡਾ, ਅਮਰੀਕਾ, ਇੰਗਲੈਂਡ ਵਰਗੇ ਵਿਕਸਿਤ ਦੇਸ਼ਾਂ ਵਿੱਚ ਵੀ ਅਜਿਹੀਆਂ ਘਟਨਾਵਾਂ ਹੋ ਚੁੱਕੀਆਂ ਹਨ ਜੋ ਕਿ ਉੱਥੋਂ ਦੀ ਅਖਬਾਰਾਂ ਵਿੱਚ ਦਰਜ ਹਨ। ਇਤਿਹਾਸ ਅਤੇ ਮੈਡੀਕਲ ਹਿਸਟਰੀ ਵਿੱਚ ਵੀ ਅਜਿਹੀਆਂ ਘਟਨਾਵਾਂ ਦਰਜ ਹਨ। ਇਸ ਕਰਕੇ ਜਿਨ੍ਹਾਂ ਲੋਕਾਂ ਨੇ ਇਹ ਘਟਨਾਵਾਂ ਅੱਖੀਂ ਦੇਖੀਆਂ ਹੋਣ ਉਹ ਇਹਨਾਂ ਘਟਨਾਵਾਂ ਤੇ ਵਿਸ਼ਵਾਸ ਵੀ ਕਰਦੇ ਹਨ। ਇਹੋ ਜਿਹੀਆਂ ਘਟਨਾਵਾਂ ਤੇ ਅਮਰੀਕਾ ਖੁਦ ਰਿਸਰਚ ਕਰ ਰਿਹਾ ਹੈ, ਜਿਸ ਦਾ ਰਿਸਰਚ ਸੈਂਟਰ ਇੰਡੀਆ ਦੇ ਵਿੱਚ ਬੰਗਲੌਰ ਦੇ ਵਿੱਚ ਹੈ। ਅੱਜ ਦੀ ਇਹ ਘਟਨਾ ਇੱਕ ਮੈਗਜ਼ੀਨ ਦੇ ਵਿੱਚ ਛਪੀ ਸੀ ਜੋ ਕਿ ਚੰਡੀਗੜ੍ਹ ਤੋਂ ਛਪਦੀ ਹੈ। ਇਹ ਘਟਨਾ ਹੈ ਪਟਿਆਲਾ ਸ਼ਹਿਰ ਦੀ, ਜਿੱਥੇ ਇੱਕ ਵਿਅਕਤੀ ਮਰ ਕੇ ਫਿਰ ਜਿਉਂਦਾ ਹੋ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤ ਲੋਕ ਇਸ ਘਟਨਾ ਤੇ ਵਿਸ਼ਵਾਸ ਨਹੀਂ ਕਰਨਗੇ, ਪਰ ਹਾਲੇ ਵੀ ਇਸ ਘਟਨਾ ਦੇ ਸਬੂਤ ਪ੍ਰਤੱਖ ਰੂਪ ਵਿੱਚ ਮੌਜੂਦ ਹਨ ਜੋ ਇਸ ਗੱਲ ਦੀ ਗਵਾਹੀ ਭਰਦੇ ਹਨ, ਕਿਉਂਕਿ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ। ਪਟਿਆਲੇ ਦਾ ਇੱਕ ਗੁਰਸਿੱਖ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਕਰਦਾ ਸੀ ਅਤੇ ਉਸ ਦੀ ਡਿਊਟੀ ਵੀ ਪਟਿਆਲੇ ਦੇ ਵਿੱਚ ਹੀ ਸੀ। ਉਸ ਦਾ ਨਾਮ ਸੁਖਵਿੰਦਰ ਸਿੰਘ ਸੀ। ਉਸ ਦਾ ਸਾਰਾ ਪਰਿਵਾਰ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ। ਸੁਖਵਿੰਦਰ ਦੀ ਪਤਨੀ ਅਜਿਹੀ ਔਰਤ ਸੀ ਜਿਸ ਨੇ ਕਦੇ ਵੀ ਰੋਮਾਂ ਦੀ ਬੇਅਦਬੀ ਨਹੀਂ ਕੀਤੀ ਸੀ। ਉਸ ਦੇ ਚਿਹਰੇ ਤੇ ਕਾਫੀ ਵਾਲ ਆਏ ਹੋਏ ਸਨ। ਲੋਕ ਉਸ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਵੀ ਕਰਦੇ ਸਨ, ਪਰ ਬਾਕੀ ਔਰਤਾਂ ਵਾਂਗ ਉਸਨੇ ਕਦੇ ਵੀ ਚਿਹਰੇ ਤੇ ਆਏ ਵਾਲ ਕਟਵਾਏ ਨਹੀਂ ਸਨ। ਰੱਬ ਦੀ ਰਜ਼ਾ ਵਿੱਚ ਚੱਲਦਿਆਂ ਅੱਜ ਵੀ ਉਸ ਦੇ ਚਿਹਰੇ ਤੇ ਉਹ ਵਾਲ ਮੌਜੂਦ ਹਨ। ਉਸ ਦੇ 2 ਬੱਚੇ ਸਨ। ਦੱਸਿਆ ਜਾਂਦਾ ਹੈ ਕਿ ਸੁਖਵਿੰਦਰ ਸਿੰਘ ਜੋ ਕਿ ਪੰਜਾਬ ਪੁਲਿਸ ਵਿੱਚ ਸੀ, ਉਸ ਨੂੰ ਪਹਿਲਾਂ ਤੋਂ ਹੀ ਕੋਈ ਬਿਮਾਰੀ ਸੀ। ਉਹ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ ਪਰ ਆਪਣੀ ਡਿਊਟੀ ਨਿਭਾ ਰਿਹਾ ਸੀ, ਪਰ ਅਚਾਨਕ ਹੀ ਉਸ ਦੀ ਬਿਮਾਰੀ ਵੱਧ ਗਈ ਤੇ ਡਿਊਟੀ ਤੇ ਖੜਾ ਹੀ ਉਹ ਡਿੱਗ ਪਿਆ ਸੀ। ਉਸ ਨੂੰ ਤੁਰੰਤ ਉੱਥੋਂ ਦੇ ਹਸਪਤਾਲ ਪਹੁੰਚਾਇਆ ਗਿਆ, ਪਰ ਜਦੋਂ ਹਸਪਤਾਲ ਦੇ ਡਾਕਟਰਾਂ ਨੇ ਉਸ ਦਾ ਚੈੱਕਅਪ ਕੀਤਾ ਤਾਂ ਸੁਖਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਸੀ। ਸ਼ਾਇਦ ਰਸਤੇ ਵਿੱਚ ਜਾਂਦਿਆਂ ਹੀ ਉਸ ਦੀ ਮੌਤ ਹੋ ਗਈ ਹੋਵੇ। ਕੁਝ ਸਮੇਂ ਬਾਅਦ ਉਸ ਦੇ ਘਰਦਿਆਂ ਨੂੰ ਸੁਖਵਿੰਦਰ ਸਿੰਘ ਦੀ ਮੌਤ ਬਾਰੇ ਦੱਸਿਆ ਗਿਆ। ਸੁਖਵਿੰਦਰ ਸਿੰਘ ਦੀ ਸਿੰਘਣੀ ਆਪਣੇ ਬੱਚਿਆਂ ਨੂੰ ਘਰ ਹੀ ਛੱਡ ਕੇ ਰੋਂਦਿਆਂ ਹੋਇਆਂ ਹਸਪਤਾਲ ਪਹੁੰਚ ਗਈ। ਹਸਪਤਾਲ ਦੀਆਂ ਪੌੜੀਆਂ ਚੜ੍ਹਦੀ ਹੋਈ ਉਹ ਰੋ ਰਹੀ ਸੀ ਅਤੇ ਉਸ ਕਮਰੇ ਵੱਲ ਵਧ ਰਹੀ ਸੀ ਜਿਸ ਕਮਰੇ ਵਿੱਚ ਉਸ ਦੇ ਪਤੀ ਦੀ ਲਾਸ਼ ਪਈ ਹੋਈ ਸੀ। ਰਸਤੇ ਦੇ ਵਿੱਚ ਇੱਕ ਨਿਹੰਗ ਸਿੰਘ ਤਿਆਰ ਬਾਣਾ ਪਾ ਕੇ ਬੈਠਾ ਹੋਇਆ ਸੀ। ਨਿਹੰਗ ਸਿੰਘ ਉਸ ਰੋਂਦੀ ਹੋਈ ਸਿੰਘਣੀ ਨੂੰ ਦੇਖ ਰਿਹਾ ਸੀ। ਨਿਹੰਗ ਸਿੰਘ ਨੇ ਰੋਂਦੀ ਹੋਈ ਸਿੰਘਣੀ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਹੈ, ਰੋ ਕਿਉਂ ਰਹੀ ਹੈ? ਤਾਂ ਸਿੰਘਣੀ ਨੇ ਕਿਹਾ ਕਿ ਮੇਰੇ ਸਰਦਾਰ ਸਾਹਿਬ ਪੂਰੇ ਹੋ ਚੁੱਕੇ ਹਨ, ਮੈਂ ਉਹਨਾਂ ਦੇ ਲਈ ਇੱਥੇ ਆਈ ਹਾਂ। ਨਿਹੰਗ ਸਿੰਘ ਨੇ ਕਿਹਾ, ਪੁੱਤਰ ਰੋ ਨਾ, ਕੁਝ ਨਹੀਂ ਹੋਇਆ ਤੇਰੇ ਸਰਦਾਰ ਨੂੰ। ਸ਼ਾਮ ਦਾ ਸਮਾਂ ਸੀ। ਨਿਹੰਗ ਸਿੰਘ ਨੇ ਕਿਹਾ ਕਿ ਧੀਏ ਤੂੰ ਰੋ ਨਾ, ਆਪਣੇ ਸਰਦਾਰ ਕੋਲ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਕਰ। ਮਨ ਵਿੱਚ ਇੱਕ ਸਵਾਲ ਆਇਆ ਕਿ ਨਿਹੰਗ ਸਿੰਘ ਨੇ ਇਸ ਤਰ੍ਹਾਂ ਕਿਉਂ ਕਿਹਾ ਹੋਵੇਗਾ। ਉਹ ਵੀ ਇਸ ਟਾਈਮ ਤੇ ਸਿੰਘਣੀ ਕਮਰੇ ਦੇ ਅੰਦਰ ਗਈ, ਆਪਣੇ ਸਰਦਾਰ ਦੇ ਮ੍ਰਿਤ ਸਰੀਰ ਕੋਲ ਬੈਠ ਕੇ ਰਹਿਰਾਸ ਸਾਹਿਬ ਦਾ ਪਾਠ ਸ਼ੁਰੂ ਕਰ ਦਿੱਤਾ। ਜਦੋਂ ਭੋਗ ਪੈਣ ਵਾਲਾ ਹੀ ਸੀ ਤਾਂ ਸੁਖਵਿੰਦਰ ਸਿੰਘ ਦੇ ਪੈਰ ਵਾਲੀ ਸਾਈਡ ਥੋੜੀ ਹਲਚਲ ਹੋਈ। ਸਿੰਘਣੀ ਨੂੰ ਲੱਗਾ ਕਿ ਸ਼ਾਇਦ ਉਸ ਦਾ ਭੁਲੇਖਾ ਹੈ, ਪਰ ਜਦੋਂ ਹੀ ਰਹਿਰਾਸ ਸਾਹਿਬ ਦਾ ਪਾਠ ਸੰਪੂਰਨ ਹੋਇਆ ਤਾਂ ਸੁਖਵਿੰਦਰ ਸਿੰਘ ਨੂੰ ਇੱਕਦਮ ਤੇਜ਼ ਖਾਂਸੀ ਹੋਈ ਤੇ ਸੁਖਵਿੰਦਰ ਸਿੰਘ ਉੱਠ ਕੇ ਬੈਠ ਗਿਆ। ਸਿੰਘਣੀ ਇਹ ਸਭ ਦੇਖ ਕੇ ਹੈਰਾਨ ਰਹਿ ਗਈ। ਉਸਨੇ ਤੁਰੰਤ ਆਪਣੇ ਪਤਨੀ ਦੇ ਮੋਢੇ ਨਾਲ ਸਹਾਰਾ ਦੇ ਕੇ ਉਸ ਨੂੰ ਬਿਠਾ ਲਿਆ, ਪਰ ਖਾਂਸੀ ਕਾਰਨ ਉਸਦੇ ਪਤੀ ਦੇ ਮੂੰਹ ਵਿੱਚੋਂ ਖੂਨ ਵਗ ਰਿਹਾ ਸੀ ਅਤੇ ਉਹ ਖੂਨ ਦੀਆਂ ਉਲਟੀਆਂ ਕਰ ਰਿਹਾ ਸੀ। ਇੰਨਾ ਖੂਨ ਦੇਖ ਕੇ ਸਿੰਘਣੀ ਘਬਰਾ ਗਈ ਅਤੇ ਡਾਕਟਰਾਂ ਨੂੰ ਬੁਲਾਉਣ ਲਈ ਕਮਰੇ ਤੋਂ ਬਾਹਰ ਜਾਣ ਲੱਗੀ, ਪਰ ਸੁਖਵਿੰਦਰ ਸਿੰਘ ਨੇ ਉਸ ਨੂੰ ਆਪਣੇ ਕੋਲ ਹੀ ਰੋਕ ਲਿਆ ਅਤੇ ਕਿਹਾ ਕਿ ਮੈਂ ਹੁਣ ਠੀਕ ਹਾਂ। ਉਸਨੇ ਆਪਣਾ ਮੂੰਹ ਬੈੱਡ ਦੀ ਚਾਦਰ ਨਾਲ ਸਾਫ਼ ਕੀਤਾ, ਜਿਸ ਕਾਰਨ ਚਾਦਰ ਖੂਨ ਨਾਲ ਲੱਥਪੱਥ ਹੋ ਗਈ। ਹੈਰਾਨੀ ਦੀ ਗੱਲ ਇਹ ਸੀ ਕਿ ਮਰਿਆ ਹੋਇਆ ਬੰਦਾ 2 ਘੰਟਿਆਂ ਬਾਅਦ ਜਿਉਂਦਾ ਕਿਵੇਂ ਹੋ ਗਿਆ ਅਤੇ ਆਪਣੇ ਪੈਰਾਂ ਤੇ ਖੁਦ ਚੱਲ ਕੇ ਕਿਵੇਂ ਘਰ ਚਲਿਆ ਗਿਆ। ਉਸ ਦੇ ਹਸਪਤਾਲ ਤੋਂ ਜਾਣ ਤੋਂ ਬਾਅਦ
ਜਦੋਂ ਨਰਸਾਂ ਅਤੇ ਡਾਕਟਰਾਂ ਨੇ ਕਮਰਾ ਦੇਖਿਆ ਤਾਂ ਕਮਰੇ ਵਿੱਚ ਕੋਈ ਨਹੀਂ ਸੀ। ਬੈੱਡ ਖਾਲੀ ਸੀ ਤੇ ਚਾਦਰ ਖੂਨ ਨਾਲ ਲਿਬੜੀ ਹੋਈ ਸੀ। ਡਾਕਟਰਾਂ ਨੂੰ ਟੈਨਸ਼ਨ ਹੋਈ ਕਿ ਡੈੱਡ ਬੋਡੀ ਕਿੱਥੇ ਗਈ। ਉਹਨਾਂ ਨੇ ਸੁਖਵਿੰਦਰ ਦੇ ਘਰ ਫੋਨ ਕੀਤਾ ਤਾਂ ਫੋਨ ਖੁਦ ਸੁਖਵਿੰਦਰ ਸਿੰਘ ਨੇ ਚੁੱਕਿਆ। ਡਾਕਟਰਾਂ ਨੇ ਪੁੱਛਿਆ ਕਿ ਤੁਸੀਂ ਕੌਣ ਬੋਲ ਰਹੇ ਹੋ। ਸੁਖਵਿੰਦਰ ਦਾ ਨਾਮ ਸੁਣ ਕੇ ਡਾਕਟਰ ਇੱਕਦਮ ਡਰ ਗਿਆ। ਡਾਕਟਰ ਨੇ ਕਿਹਾ ਕਿ ਇੰਜ ਕਿਵੇਂ ਹੋ ਸਕਦਾ ਹੈ, ਮੈਂ ਖੁਦ ਤੁਹਾਡੀ ਹਾਰਟਬੀਟ ਚੈੱਕ ਕੀਤੀ ਸੀ ਅਤੇ ਤੁਸੀਂ ਪੂਰੀ ਤਰ੍ਹਾਂ ਨਾਲ ਡੈੱਡ ਸੀ, ਪਰ ਫਿਰ ਤੁਸੀਂ ਜਿੰਦਾ ਕਿਵੇਂ ਹੋ ਗਏ। ਉਸ ਤੋਂ ਬਾਅਦ ਸੁਖਵਿੰਦਰ ਸਿੰਘ ਨੇ ਆਪਣੀ ਮੌਤ ਤੋਂ ਬਾਅਦ ਦੀ ਘਟਨਾ ਡਾਕਟਰ ਸਾਹਿਬ ਦੇ ਨਾਲ ਸਾਂਝੀ ਕੀਤੀ, ਜਿਸ ਨੂੰ ਕਿ ਉਸ ਦੀ ਸਿੰਘਣੀ ਵੀ ਕੋਲ ਖੜ ਕੇ ਸੁਣ ਰਹੀ ਸੀ। ਉਸਨੇ ਦੱਸਿਆ ਕਿ ਮਰਨ ਤੋਂ ਬਾਅਦ ਉਹ ਕਿਸੇ ਵੱਖਰੇ ਹੀ ਜਹਾਨ ਵਿੱਚ ਪਹੁੰਚ ਗਿਆ ਸੀ, ਜਿੱਥੇ ਉਸ ਨੂੰ ਹੋਰ ਕੋਈ ਨਾ ਦਿਸਿਆ। ਬਸ ਦਸਮ ਪਿਤਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਬੈਠੇ ਦਿਖਾਈ ਦਿੱਤੇ। ਦਸਮ ਪਿਤਾ ਨੇ ਕਿਹਾ ਕਿ ਤੂੰ ਇੱਥੇ ਕਿਵੇਂ ਆ ਗਿਆ, ਤੇਰਾ ਤਾਂ ਅਜੇ ਇੱਕ ਕੰਮ ਅਧੂਰਾ ਪਿਆ ਹੈ। ਤੇਰੇ ਪਿਤਾ ਦਾ ਦਸਵੰਧ ਅਜੇ ਲੇਖੇ ਲੱਗਣਾ ਰਹਿੰਦਾ ਹੈ। ਤੂੰ ਵਾਪਸ ਜਾ ਅਤੇ ਤੇਰੇ ਪਿਤਾ ਦਾ ਜੋ ਦਸਵੰਧ ਤੇਰੇ ਕੋਲ ਪਿਆ ਹੈ ਉਸ ਨੂੰ ਕਿਸੇ ਲੇਖੇ ਲਗਾ। ਸੁਖਵਿੰਦਰ ਸਿੰਘ ਨੇ ਪੁੱਛਿਆ ਕਿ ਮੈਂ ਦਸਵੰਧ ਨੂੰ ਲੇਖੇ ਕਿਵੇਂ ਲਾਵਾਂ, ਤਾਂ ਦਸਮ ਪਿਤਾ ਜੀ ਨੇ ਕਿਹਾ ਕਿ ਤੇਰੇ ਪਿਤਾ ਦਾ 1 ਲੱਖ ਰੁਪਏ ਦਾ ਦਸਵੰਧ ਹੈ। ਮੈਂ ਇੱਕ ਸਿੰਘ ਭੇਜਾਂਗਾ, ਤੂੰ ਉਸ ਨੂੰ ਕਕਾਰ ਖਰੀਦ ਕੇ ਦੇ ਦੇਵੀਂ। ਮੈਂ 7 ਬਚਨ ਆਖਿਆ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਇੱਕ ਬਜ਼ੁਰਗ ਨਿਹੰਗ ਸਿੰਘ ਦੇ ਨਾਲ ਵਾਪਸ ਭੇਜ ਦਿੱਤਾ। ਸ਼ਾਇਦ ਇਹ ਉਹੀ ਨਿਹੰਗ ਸਿੰਘ ਸੀ ਜੋ ਉਸ ਕਮਰੇ ਦੇ ਬਾਹਰ ਸੁਖਵਿੰਦਰ ਸਿੰਘ ਦੀ ਸਿੰਘਣੀ ਨੂੰ ਮਿਲਿਆ ਸੀ। ਫਿਰ ਗੁਰਬਚਨਾਂ ਦੇ ਅਨੁਸਾਰ ਪਟਿਆਲਾ ਸ਼ਹਿਰ ਦੇ ਵਿੱਚ ਜਦੋਂ ਅੰਮ੍ਰਿਤ ਸੰਚਾਰ ਹੋਇਆ ਤਾਂ 1100 ਬੰਦੇ ਦੇ ਕਕਾਰ ਅਤੇ ਉਹਨਾਂ ਦੇ ਆਉਣ ਜਾਣ, ਰਹਿਣ ਅਤੇ ਹੋਰ ਜੋ ਵੀ ਖਰਚ ਆਇਆ ਉਸ ਦੀ ਸੇਵਾ ਸੁਖਵਿੰਦਰ ਸਿੰਘ ਜੀ ਨੇ ਕੀਤੀ। ਸਾਰਾ ਖਰਚ ਉਸਨੇ ਦਸਵੰਧ ਵਿੱਚੋਂ ਹੀ ਕੀਤਾ। ਇਸ ਗੱਲ ਦੀ ਗਵਾਹੀ ਗੁਰਦੁਆਰਾ ਸਾਹਿਬ ਦਾ ਸਟਾਫ ਵੀ ਭਰਦਾ ਹੈ। ਇਹ ਸਾਰਾ ਲੇਖ ਉਹਨਾਂ ਡਾਕਟਰਾਂ ਦੇ ਵੱਲੋਂ ਛਪਵਾਇਆ ਗਿਆ ਸੀ ਜਿਨ੍ਹਾਂ ਦੀਆਂ ਅੱਖਾਂ ਸਾਹਮਣੇ ਇਹ ਸਾਰਾ ਖੇਲ ਵਰਤਿਆ ਸੀ। ਉਸ ਪਰਮਪਿਤਾ ਪਰਮਾਤਮਾ ਦੀਆਂ ਰਮਜ਼ਾਂ ਨੂੰ ਉਹੀ ਸਮਝ ਸਕਦਾ ਹੈ ਜਿਸ ਦੇ ਕਰਮਾਂ ਦੇ ਵਿੱਚ ਜਿੰਨੇ ਸਾਹ ਲਿਖੇ ਹੋਣ, ਜਿੰਨੀ ਸੇਵਾ ਲਿਖੀ ਹੁੰਦੀ ਹੈ ਅਤੇ ਜੋ ਲੈਣਾ ਦੇਣਾ ਲਿਖਿਆ ਹੁੰਦਾ ਹੈ ਉਹ ਇੱਥੇ ਹੀ ਭੋਗ ਕੇ ਜਾਂਦਾ ਹੈ। ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਵਾਲਿਆਂ ਦਾ ਪਰਮਾਤਮਾ ਆਪ ਹੀ ਸਹਾਈ ਹੁੰਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।